ਗੁਰਬਾਣੀ ਅੰਦਰ ਵਿਕਾਰਾਂ ਤੋਂ ਬਚਣ ਦੀ ਪ੍ਰੇਰਣਾ ਲਈ ਮਿਸਾਲਾਂ ਪਸ਼ੂਆਂ ਦੀ ਹੀ ਦਿੱਤੀਆਂ ਗਈਆਂ ਹਨ। ਜਿਵੇਂ ਕਾਮ ਦੇ ਭਿਆਨਕ ਨਤੀਜੇ ਨੂੰ ਸਮਝਾਉਣ ਵਾਸਤੇ ਹਾਥੀ ਦਾ ਉਦਾਹਰਣ, ਲੋਭ ਦੇ ਨਤੀਜੇ ਲਈ ਬਾਂਦਰ ਦਾ, ਮਾਇਆ ਦੇ ਛਲ ਲਈ ਤੋਤੇ ਦਾ ਤੇ ਤ੍ਰਿਸ਼ਨਾ ਲਈ ਹਿਰਨ ਦਾ। ਇਸ ਤੋਂ ਇਲਾਵਾ ਪਾਵਨ ਗੁਰਬਾਣੀ ਨੇ ਪੰਛੀਆਂ ਅੰਦਰ ਇਨਸਾਨਾਂ ਵਰਗੇ ਮਨ ਦਾ ਵੀ ਟੂਕ ਮਾਤਰ ਇਸ਼ਾਰਾ ਦਿੱਤਾ ਹੈ। ਜਿਵੇਂ ਮਨੁੱਖ ਅਤੇ ਪਸ਼ੂ ਦੋਵੇਂ ਹੀ ਯਾਦ ਰੱਖਣ ਦੀ ਸ਼ਕਤੀ ਰੱਖਦੇ ਹਨ, ਆਪਣੀਆਂ ਪ੍ਰਵਿਰਤੀਆਂ ਅਨੁਸਾਰ ਪਿਆਰ, ਗੁੱਸਾ ਅਤੇ ਈਰਖਾ ਕਰਦੇ ਹਨ, ਡਰ ਅਨੁਭਵ ਕਰਦੇ ਹਨ ਅਤੇ ਦੁੱਖ ਦਰਦ ਨੂੰ ਵੀ ਮਹਿਸੂਸ ਕਰਦੇ ਹਨ। ਇੱਥੋਂ ਤੱਕ ਕਿ ਜਾਨਵਰ ਲੋੜ ਪੈਣ ਤੇ ਮਨੁੱਖ ਵਾਂਗ ਹੀ ਪ੍ਰਭੂ ਅੱਗੇ ਆਪਣੇ ਬਚਾਅ ਲਈ ਪੁਕਾਰ ਵੀ ਕਰਦੇ ਹਨ ਤੇ ਪਰਮਾਤਮਾ ਇਹਨਾਂ ਜਾਨਵਰਾਂ ਉੱਪਰ ਵੀ ਤਰਸ ਖਾ ਕੇ ਆਪ ਸਹਾਈ ਹੁੰਦੇ ਹਨ। ਜਬ ਹੀ ਸਰਨ ਗਹੀ ਕਿਰਪਾਨਿਧ ਗੱਜ ਗਰਾਹਾ ਤੇ ਛੂਟਾ। ਇਹ ਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਕਿਸੇ ਵੀ ਜੀਵ ਉੱਪਰ ਜਬਰ ਜ਼ੁਲਮ ਦੀ ਸਖਤ ਮਨਾਹੀ ਹੈ ਅਤੇ ਜੀਵ ਹਿੰਸਾ ਦੀ ਤਾੜਨਾ ਕੀਤੀ ਗਈ ਹੈ। ਗੁਰਮਤ ਅਨੁਸਾਰ ਜੀ ਦਇਆ ਦੇ ਦੇਵੀ ਗੁਣਾਂ ਨੂੰ ਅਪਣਾਉਣ ਲਈ ਜੀਵ ਹਿੰਸਾ ਦਾ ਤਿਆਗ ਅਤਿਅੰਤ ਜ਼ਰੂਰੀ ਹੈ। ਹਿੰਸਾ ਤਉ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਗੁਰਬਾਣੀ ਵਿੱਚ ਹੋਰ ਵੀ ਅਨੇਕਾਂ ਹੀ ਐਸੇ ਪ੍ਰਮਾਣ ਆਉਂਦੇ ਹਨ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਇਨਸਾਨ ਨੂੰ ਜੀਵ ਹੱਤਿਆ ਅਤੇ ਮਾਸ ਦੇ ਸੇਵਨ ਤੋਂ ਸਿੱਧੀ ਤਾੜਨਾ ਕਰਦੇ ਹੋਏ ਸਖਤ ਤੌਰ ਤੇ ਵਰਜਿਆ ਹੈ ਤੇ ਇਸ ਨੂੰ ਤਿਆਗਣ ਦਾ ਉਪਦੇਸ਼ ਕੀਤਾ ਹੈ। बेद कतेब कहो मत झूठे, झूठा जो न बिचारे, जो सब मह एक खुदाए कहत हो, तो क्यों मुर्गी मारे। भाई गुरदास जी भी अपनियां वारां विच जीव दे स्वादां लई जीव हत्या करन वालियां नूं सिद्धा सवाल करदे हन कि हे गल वड के मांस खाउण वालिओ, उस अकाल पुरख दी कचहरी विच तुहाडा की हाल होवेगा। मांस खान गल छुरी दे हाल, तिनाड़ा कौन अलोआ। कुदरत दा ये अटल नियम है कि जैसा कोई करदा है वैसा ही वो परदा है। जेड़ा नेकी करेगा उस नूं अगे जाके नेकी ही मिलेगी, पर जेड़ा पाप कमाएगा उस नूं अगे जाके सज़ा भुगतनी ही पवेगी। जेड़ा इत्थे मासूम ते बेजुबान जीवां जां रब दी सिरजना उत्ते तरस करेगा, प्रभु दी दरगाह विच उस उत्ते ही तरस ते रहम कीता जावेगा। कुदरत दे जैसा करे सो तैसा पाए, इस अटल ते स्पष्ट नियम वल संकेत करदियां गुरबाणी दा ये फरमान है, कबीर जोर किया सो जुल्म है, ले जवाब खुदाए, दफ्तर लेखा नीक से, मार मुहे मुहे खाए। अगे गुरबाणी सख्त चेतावनी देंदी है कि जो मनुख मांस वर्गी भ्रिष्ट वस्तु का सेवन करते हैं उन्हां दा तीरथ वरत नेम कीता सब व्यर्थ हो जाता है ते वो सब नरकां विच पैंदे हन। कबीर भांग माछुली सुरा पान, जो जो प्राणी खाहे, तीरथ बरत नेम किए ते सबह रसातल जाहे। संसार दियां सारियां श्रेणियां अस्थूल, बनस्पत ते पशु ਅਤੇ ਇਹਨਾਂ ਦੀਆਂ 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਦਾ ਸਰਦਾਰ ਮੰਨਿਆ ਗਿਆ ਹੈ, ਜਿਸ ਕਰਕੇ ਮਨੁੱਖ ਦਾ ਇਹ ਫਰਜ਼ ਹੈ ਕਿ ਉਹ ਪ੍ਰਭੂ ਹੁਕਮ ਵਿੱਚ ਰਹਿੰਦਿਆਂ ਸਾਰੀਆਂ ਸ਼੍ਰੇਣੀਆਂ ਦਾ ਠੀਕ ਪ੍ਰਸ਼ਾਸਨ ਕਰੇ ਤਾਂ ਜੋ ਕੁਦਰਤੀ ਨਿਯਮ ਅਕਾਲ ਪੁਰਖ ਦੇ ਹੁਕਮ ਵਿੱਚ ਨਿਰਵਿਘਨਤਾ ਨਾਲ ਚੱਲਦਾ ਰਹੇ। ਹਰ ਸ਼੍ਰੇਣੀ ਦੇ ਜੀਵਾਂ ਦੀ ਆਪੋ ਆਪਣੀ ਖਾਦ ਖੁਰਾਕ ਹੈ ਅਤੇ ਇਸੇ ਅਨੁਸਾਰ ਅਕਾਲ ਪੁਰਖ ਨੇ ਉਹਨਾਂ ਦੀ ਵੰਡ ਕੀਤੀ ਹੋਈ ਹੈ। ਜਿਵੇਂ ਮਾਸਾਹਾਰੀ ਜਾਨਵਰਾਂ ਦੀਆਂ ਤਿੱਖੀਆਂ ਨਹੁੰਦਰਾਂ ਬਣਾਈਆਂ ਹਨ, ਜਦੋਂ ਕਿ ਸ਼ਾਕਾਹਾਰੀ ਜਾਨਵਰਾਂ ਜਾਂ ਮਨੁੱਖ ਕੋਲ ਇਹ ਨਹੀਂ ਹਨ। ਮਾਸਾਹਾਰੀ ਜੀਵਾਂ ਦੇ ਤਿੱਖੇ ਦੰਦ ਹੁੰਦੇ ਹਨ ਜੋ ਮਾਂਸ ਦੀ ਚੀਰ ਫਾੜ ਕਰਨ ਵਿੱਚ ਸਹਾਈ ਹੁੰਦੇ ਹਨ, ਜਦਕਿ ਪਰਮਾਤਮਾ ਵੱਲੋਂ ਸ਼ਾਕਾਹਾਰੀ ਜਾਨਵਰਾਂ ਅਤੇ ਮਨੁੱਖਾਂ ਨੂੰ ਇਹ ਨਹੀਂ ਬਖਸ਼ੇ ਗਏ। ਮਾਸਾਹਾਰੀ ਜਾਨਵਰਾਂ ਦੇ ਪੇਟ ਅੰਦਰਲਾ ਐਸਿਡ ਤੇਜ਼ ਹੁੰਦਾ ਹੈ ਤਾਂ ਜੋ ਉਹ ਸਖਤ ਮਾਂਸ ਤੇ ਹੱਡੀਆਂ ਨੂੰ ਪਚਾ ਸਕਣ, ਜਦਕਿ ਸ਼ਾਕਾਹਾਰੀ ਜਾਨਵਰਾਂ ਅਤੇ ਮਨੁੱਖਾਂ ਦੇ ਪੇਟ ਅੰਦਰਲਾ ਐਸਿਡ 20 ਗੁਣਾ ਹਲਕਾ ਹੁੰਦਾ ਹੈ। ਗੁਰੂ ਸਾਹਿਬਾਨਾਂ ਦੇ ਪੁਰਾਤਨ ਹੁਕਮਨਾਮਿਆਂ ਵਿੱਚ ਵੀ ਮਾਂਸ ਖਾਣ ਦੀ ਮਨਾਹੀ ਦਾ ਕਈ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇੱਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਉਸ ਵਕਤ ਆਪਣੇ ਸਾਥੀ ਸਿੰਘਾਂ ਲਈ ਜੋ ਹੁਕਮਨਾਮਾ ਜਾਰੀ ਕੀਤਾ ਉਸ ਦਾ ਹਵਾਲਾ ਇਸ ਪ੍ਰਕਾਰ ਮਿਲਦਾ ਹੈ, ਭੰਗ ਤਮਾਕੂ ਫੀਮ ਪੋਸਤ दारू अमल कोई नहीं खाना, मांस मच्छी नहीं खाना, चोरी जारी नहीं करनी। रहतनामा भाई दया सिंह जी मुताबक जुआ खेलै मद पीए सो नरक मह जावै, मदरा मांस को छूहै नाही। इत्थों तक कि श्री गुरु नानक पातशाह जी तो लैके अज तक कदे भी लंगर विच कुट्ठा नहीं बनिया।
ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵੇਲੇ ਲੰਗਰ ਵਿੱਚ ਜੋ ਵੀ ਬਣਦਾ ਸੀ ਉਸ ਬਾਰੇ ਗੁਰਬਾਣੀ ਦਾ ਫਰਮਾਨ ਇਸ ਤਰ੍ਹਾਂ ਹੈ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੰਗਰ ਵਿੱਚ ਰੋਜ਼ ਘਿਓ, ਮੈਦਾ, ਖੰਡ ਆਦਿ ਦੇ ਬਣੇ ਉੱਤਮ ਪਦਾਰਥ ਵਰਤਾਏ ਜਾਂਦੇ ਸਨ, ਜਿਸ ਦਾ ਜ਼ਿਕਰ ਗੁਰਬਾਣੀ ਇੰਜ ਕਰਦੀ ਹੈ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਇੱਥੇ ਕਿਤੇ ਵੀ ਕੁੱਠਾ ਬਣਨ ਦਾ ਜ਼ਿਕਰ ਨਹੀਂ ਮਿਲਦਾ। ਮੋਹਸਨ ਫਾਨੀ ਜੋ ਕਿ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਇਤਿਹਾਸਕਾਰ ਸਨ, ਉਹ ਆਪਣੀ ਫਾਰਸੀ ਪੁਸਤਕ ਦਬਿਸਤਾਨੇ ਮਜ਼ਾਹਿਬ ਵਿੱਚ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਮਾਸ ਖਾਣ ਅਤੇ ਸ਼ਰਾਬ ਪੀਣ ਦੀ ਸਖਤ ਮਨਾਹੀ ਕੀਤੀ ਸੀ। ਗੁਰੂ ਜੀ ਨੇ ਆਪ ਵੀ ਕਦੇ ਕਿਸੇ ਹਾਲਾਤ ਵਿੱਚ ਵੀ ਮਾਸ ਨਹੀਂ ਖਾਧਾ ਅਤੇ ਆਪਣੇ ਸਿੱਖਾਂ ਨੂੰ ਵੀ ਇਹ ਹੁਕਮ ਦਿੱਤਾ ਸੀ ਕਿ ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ। ਬਾਣੀ ਅਨੁਸਾਰ ਭਗਤ ਸਾਹਿਬਾਨਾਂ ਨੇ ਵੀ ਅਕਾਲ ਪੁਰਖ ਤੋਂ ਆਪਣੇ ਜੀਵਨ ਨਿਰਬਾਹ ਲਈ ਦੁਨਿਆਵੀ ਲੋੜਾਂ ਦੀਆਂ ਸਾਰੀਆਂ ਵਸਤੂਆਂ ਮੰਗੀਆਂ, ਪਰ ਕਿਤੇ ਵੀ ਕੁੱਠੇ ਦੀ ਮੰਗ ਨਹੀਂ ਕੀਤੀ। ਭਗਤ ਕਬੀਰ ਜੀ ਦੁਆਰਾ ਰਚਿਤ ਦੋਇ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਣਾ ਅਤੇ ਭਗਤ ਧੰਨਾ ਜੀ ਦੁਆਰਾ ਰਚਿਤ ਦਾਲ ਸੀਧਾ ਮੰਗੋ ਘਿਓ ਹਮਰਾ ਖੁਸ਼ੀ ਕਰੈ ਨਿਤ ਜੀਓ। ਇਹ ਸਭ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਜੀਵ ਹੱਤਿਆ, ਮੁਰਦਾਰ, ਮਾਸ ਜਾਂ ਕੁੱਠਾ ਦੀ ਕੋਈ ਥਾਂ ਨਹੀਂ ਹੈ। ਕੁਰੂਕਸ਼ੇਤਰ ਵਿੱਚ ਵਾਪਰੀ ਮਾਸ ਦੀ ਘਟਨਾ ਪਰਥਾਏ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰੇ ਸ਼ਬਦ ਦੀ ਵਰਤੋਂ ਮਾਸਾਹਾਰੀ ਮਨੁੱਖ ਅਕਸਰ ਆਪਣੇ ਪੱਖ ਦੀ ਪੁਸ਼ਟੀ ਲਈ ਕਰਦੇ ਹਨ। ਇਸ ਕਰਕੇ ਇਸ ਘਟਨਾ ਦਾ ਵੀ ਜ਼ਿਕਰ ਇੱਥੇ ਜ਼ਰੂਰੀ ਬਣਦਾ ਹੈ ਤਾਂ ਜੋ ਅਸੀਂ ਗੁਰੂ ਪਾਤਸ਼ਾਹ ਜੀ ਦੀ ਉਚਾਰੀ ਇਸ ਬਾਣੀ ਦੇ ਭਾਵ ਤੇ ਇਲਾਹੀ ਰਮਜ਼ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਇਲਾਹੀ ਢੰਗ ਸੀ ਕਿ ਉਹ ਤੀਰਥ ਸਥਾਨਾਂ ਤੇ ਜਾ ਕੇ ਧਰਮ ਵਿੱਚ ਆਈਆਂ ਕੁਰੀਤੀਆਂ ਵਿੱਚ ਸੁਧਾਰ ਲਿਆਉਣ ਲਈ ਉੱਥੇ ਦੇ ਆਗੂਆਂ, ਪੁਜਾਰੀਆਂ ਅਤੇ ਲੋਕਾਈ ਨੂੰ ਅਨੋਖੇ ਢੰਗ ਨਾਲ ਆਪਣੇ ਵੱਲ ਆਕਰਸ਼ਿਤ ਕਰਕੇ ਅਕਾਲ ਪੁਰਖ ਦੇ ਸੱਚ ਦੇ ਮਾਰਗ ਦਾ ਉਪਦੇਸ਼ ਦਿੰਦੇ ਸਨ। ਸੂਰਜ ਗ੍ਰਹਿਣ ਦੇ ਮੌਕੇ ਤੇ ਗੁਰੂ ਸਾਹਿਬ ਅਨੇਕਾਂ ਨੂੰ ਤਾਰਦੇ ਹੋਏ ਕੁਰੂਕਸ਼ੇਤਰ ਪੁੱਜੇ, ਜਿੱਥੇ ਭਾਰਤ ਵਰਸ਼ ਤੋਂ ਆਏ ਅਨੇਕਾਂ ਹੀ ਪੰਡਤ ਅਤੇ ਵਿਦਵਾਨ ਇਕੱਠੇ ਹੋਏ ਸਨ। ਕੁਰੂਕਸ਼ੇਤਰ ਦੇ ਵੈਸ਼ਨਵ ਬ੍ਰਾਹਮਣ ਤਬਕੇ ਵਿੱਚ ਇੱਕ ਬਹੁਤ ਵੱਡਾ ਭਰਮ ਜਾਂ ਅਗਿਆਨਤਾ ਬਣੀ ਹੋਈ ਸੀ ਕਿ ਕੇਵਲ ਮਾਸ ਨਾ ਖਾਣ ਦੇ ਇੱਕ ਹੀ ਸ਼ੁਭ ਗੁਣ ਧਾਰਨ ਕਰਨ ਨਾਲ ਉਹ ਆਤਮਦਰਸ਼ੀ ਅਤੇ ਬ੍ਰਹਮ ਗਿਆਨੀ ਬਣ ਸਕਦੇ ਹਨ। ਸਿਰਫ ਇਸ ਸ਼ੁਭ ਗੁਣ ਨੂੰ ਅਪਣਾ ਕੇ ਬ੍ਰਾਹਮਣ ਹੰਕਾਰੀ ਬਣੇ ਬੈਠੇ ਸਨ ਤੇ ਆਤਮਦਰਸ਼ੀ ਹੋਣ ਦਾ ਪਖੰਡ ਕਰਕੇ ਲੋਕਾਈ ਤੋਂ ਆਪਣੀ ਪੂਜਾ ਕਰਵਾਉਂਦੇ ਸਨ। ਇਹਨਾਂ ਦੇ ਇਸ ਹੰਕਾਰ ਨੂੰ ਦੂਰ ਕਰਨ ਵਾਸਤੇ ਹੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਇੱਕ ਇਲਾਹੀ ਕੌਤਕ ਵਰਤਾਇਆ। ਇੱਕ ਰਾਣੀ ਅਤੇ ਉਸ ਦਾ ਰਾਜਕੁਮਾਰ ਆਪਣਾ ਰਾਜ ਭਾਗ ਖੁਆ ਕੇ ਜੰਗਲ ਵਿੱਚੋਂ ਹੁੰਦੇ ਹੋਏ ਕੁਰੂਕਸ਼ੇਤਰ ਵੱਲ ਨੂੰ ਆ ਰਹੇ ਸਨ। ਜਦੋਂ ਉਹਨਾਂ ਨੂੰ ਭੁੱਖ ਸਤਾਉਣ ਲੱਗੀ ਤਾਂ ਉਹਨਾਂ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ, ਪਰ ਅੱਗ ਅਤੇ ਹੋਰ ਪਕਾਉਣ ਦੇ ਸਾਧਨ ਨਾ ਹੋਣ ਕਰਕੇ ਉਹ ਦੋਵੇਂ ਸ਼ਿਕਾਰ ਨੂੰ ਨਾਲ ਲਈ ਕੁਰੂਕਸ਼ੇਤਰ ਆ ਪੁੱਜੇ। ਕੁਰੂਕਸ਼ੇਤਰ ਇੱਕ ਪਵਿੱਤਰ ਤੀਰਥ ਸਥਾਨ ਹੋਣ ਕਰਕੇ ਇਹ ਰਵਾਇਤ ਬਣੀ ਹੋਈ ਸੀ ਕਿ ਸੂਰਜ ਗ੍ਰਹਿਣ ਦੇ ਮੌਕੇ ਅੱਗ ਬਾਲਣਾ ਪਾਪ ਹੈ ਤੇ ਮਾਸ ਬਣਾਉਣਾ ਤਾਂ ਮਹਾਪਾਪ ਸਮਝਿਆ ਜਾਂਦਾ ਸੀ। ਇਹ ਸਭ ਸੋਚ ਕੇ ਮਾਂ ਪੁੱਤਰ ਨੂੰ ਡਰ ਪੈ ਗਿਆ ਕਿ ਜੇ ਉਹਨਾਂ ਨੇ ਇੱਥੇ ਅੱਗ ਬਾਲ ਕੇ ਮਾਸ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬ੍ਰਾਹਮਣ ਉਹਨਾਂ ਨੂੰ ਮਾਰ ਦੇਣਗੇ। ਪਰ ਉਹਨਾਂ ਨੂੰ ਇਹ ਪਤਾ ਲੱਗਣ ਤੇ ਕਿ ਕੁੱਲ ਕਾਇਨਾਤ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਕੁਰੂਕਸ਼ੇਤਰ ਵਿੱਚ ਹੀ ਪੁੱਜੇ ਹੋਏ ਹਨ ਤਾਂ ਉਹਨਾਂ ਦੋਹਾਂ ਨੇ ਵਿਚਾਰ ਕੀਤੀ ਕਿ ਕਿਉਂ ਨਾ ਗੁਰੂ ਸਾਹਿਬ ਜੀ ਦੇ ਚਰਨ ਪਰਸ ਕੇ ਉਹਨਾਂ ਤੋਂ ਅਸੀਸਾਂ ਲਈਏ ਤੇ ਉਹਨਾਂ ਤੋਂ ਹੀ ਆਗਿਆ ਲੈ ਕੇ ਮਾਸ ਰਿੰਨ ਕੇ ਆਪਣੀ ਭੁੱਖ ਮਿਟਾਈਏ। ਗੁਰੂ ਪਾਤਸ਼ਾਹ ਜੀ ਦੇ ਸਨਮੁਖ ਹਾਜ਼ਰ ਹੋ ਦੋਹਾਂ ਨੇ ਗੁਰੂ ਜੀ ਨੂੰ ਆਪਣੀ ਵਿਥਿਆ ਸੁਣਾਈ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਉਹਨਾਂ ਨੇ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ। ਇਹ ਸਭ ਗੁਰੂ ਪਾਤਸ਼ਾਹ ਜੀ ਦਾ ਇਲਾਹੀ ਚੋਜ ਸੀ। ਅਸਲ ਵਿੱਚ ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਕੌਤਕ ਕੁਰੂਕਸ਼ੇਤਰ ਪੁੱਜੇ ਹੋਏ ਬ੍ਰਾਹਮਣਾਂ ਅਤੇ ਵਿਦਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕੀਤਾ ਸੀ ਤੇ ਹੋਇਆ ਵੀ ਠੀਕ ਅਜਿਹਾ ਹੀ। ਧੂਆਂ ਉੱਠਦਿਆਂ ਹੀ ਮਾਸ ਦੀ ਹਵਾੜ ਆਲੇ ਦੁਆਲੇ ਫੈਲਦੇ ਹੀ ਬ੍ਰਾਹਮਣ ਆਪਣੇ ਮੁਖੀ ਪੰਡਿਤ ਨਾਨੂ ਦੀ ਅਗਵਾਈ ਹੇਠ ਗੁਰੂ ਪਾਤਸ਼ਾਹ ਜੀ ਤੇ ਹਮਲਾ ਕਰਨ ਲਈ ਪੁੱਜੇ, ਪਰ ਗੁਰੂ ਸਾਹਿਬ ਜੀ ਦਾ ਇਲਾਹੀ ਨੂਰ ਤੇ ਗੈਬੀ ਸ਼ਕਤੀ ਨੂੰ ਅਨੁਭਵ ਕਰਕੇ ਉੱਥੇ ਹੀ ਰੁਕ ਗਏ। ਪੰਡਤਾਂ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਸਾਧੂ ਹੋ ਕੇ ਇਹਨਾਂ ਨੂੰ ਮਾਸ ਰਿੰਨਣ ਦੀ ਆਗਿਆ ਕਿਵੇਂ ਦੇ ਦਿੱਤੀ।
ਉਸ ਸਮੇਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤਾਂ ਦੀਆਂ ਹਉਮੈ ਹੰਕਾਰ ਦੇ ਅਧੀਨ ਪਈਆਂ ਗਲਤ ਫਹਿਮੀਆਂ ਅਤੇ ਪਖੰਡੀ ਧਾਰਨਾਵਾਂ ਕਿ ਇੱਕ ਮਾਸ ਦੇ ਰਸ ਨੂੰ ਛੱਡਣ ਨਾਲ ਹੀ ਉਹ ਆਤਮਦਰਸ਼ੀ ਹੋ ਗਏ ਹਨ ਨੂੰ ਦੂਰ ਕਰਕੇ ਉਹਨਾਂ ਦੇ ਹਉਮੈ ਹੰਕਾਰ ਨੂੰ ਚੋਟ ਮਾਰ ਕੇ ਪ੍ਰਭੂ ਮਾਰਗ ਵੱਲ ਪਾਉਣ ਵਾਸਤੇ ਇਹ ਪਾਵਨ ਸ਼ਬਦ ਉਚਾਰਿਆ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਅਸਲ ਵਿੱਚ ਇਸ ਪਾਵਨ ਸ਼ਬਦ ਅੰਦਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਮਾਸ ਦਾ ਝਗੜਾ ਮੂਰਖ ਹੀ ਕਰਦੇ ਹਨ। ਜੋ ਆਤਮਦਰਸ਼ੀ ਜਾਂ ਬ੍ਰਹਮ ਗਿਆਨੀ ਹੁੰਦੇ ਹਨ ਉਹ ਅਜਿਹਾ ਨਹੀਂ ਕਰਦੇ, ਕਿਉਂਕਿ ਉਹ ਪਾਪ ਪੁੰਨ ਦੀ ਚਰਚਾ ਤੋਂ ਉੱਪਰ ਉੱਠ ਚੁੱਕੇ ਹੁੰਦੇ ਹਨ। ਗੁਰੂ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ ਕਿ ਹੇ ਪੰਡਤ ਜਨੋ, ਤੁਸੀਂ ਪਖੰਡੀ ਅਤੇ ਅਖੌਤੀ ਹੋ ਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਹੋ। ਜੇ ਤੁਸੀਂ ਅਸਲ ਵਿੱਚ ਇਸ ਅਵਸਥਾ ਵਿੱਚ ਹੁੰਦੇ ਤਾਂ ਮੇਰੇ ਨਾਲ ਕਦੇ ਨਾ ਝਗੜਦੇ ਅਤੇ ਮਾਸ ਸਾਗ ਦੇ ਪਾਪ ਪੁੰਨ ਵਿੱਚ ਕਦੇ ਨਾ ਪੈਂਦੇ। ਤੁਸੀਂ ਕੇਵਲ ਮਾਸ ਦੇ ਇੱਕ ਰਸ ਨੂੰ ਤਿਆਗ ਕੇ ਹੀ ਸੰਨਿਆਸੀ ਜਾਂ ਬ੍ਰਹਮ ਗਿਆਨੀ ਨਹੀਂ ਬਣ ਸਕਦੇ ਜਦੋਂ ਤੱਕ ਤੁਸੀਂ ਦੁਨਿਆਵੀ ਪਦਾਰਥਾਂ ਦੇ ਸਾਰੇ ਰਸਾਂ ਕਸਾਂ ਨੂੰ ਨਹੀਂ ਤਿਆਗਦੇ। ਇਹ ਮਾਸ ਦਾ ਸੇਵਨ ਨਾ ਕਰਨ ਵਾਲਿਆਂ ਵਾਸਤੇ ਵੀ ਬਹੁਤ ਵੱਡੀ ਚੁਣੌਤੀ ਅਤੇ ਹਿਦਾਇਤ ਹੈ ਕਿ ਭਾਵੇਂ ਮਾਸ ਨਾ ਖਾਣਾ ਇੱਕ ਸ਼ੁਭ ਗੁਣ ਹੈ, ਪਰ ਇਹ ਇੱਕ ਗੁਣ ਹੀ ਪ੍ਰਭੂ ਮਾਰਗ ਤੇ ਚੱਲਣ ਲਈ ਕਾਫੀ ਨਹੀਂ ਹੈ। ਉਪਰੋਕਤ ਪਾਵਨ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਪੰਡਤਾਂ ਦੇ ਪਖੰਡੀ ਭਰਮ ਵੱਲ ਇਸ਼ਾਰਾ ਕਰਦੇ ਹੋਏ ਇਹ ਵੀ ਫਰਮਾਉਂਦੇ ਹਨ ਕਿ ਤੁਸੀਂ ਸਾਰੇ ਮਾਂ ਦੇ ਗਰਭ ਵਿੱਚ ਮਾਸ ਨਾਲ ਹੀ ਆਏ ਹੋ, ਮਾਸ ਨਾਲ ਹੀ ਪੈਦਾ ਹੋਏ ਹੋ। ਮਾਂ ਦਾ ਦੁੱਧ ਵੀ ਮਾਸ ਨਾਲ ਪੀਤਾ। ਤੁਹਾਡੇ ਸਰੀਰ ਦੀ ਬਣਤਰ ਵਿੱਚ ਵੀ ਮਾਸ ਹੈ। ਜਵਾਨੀ ਵਿੱਚ ਮਾਸ ਨੂੰ ਹੀ ਇਸਤਰੀ ਰੂਪ ਵਿੱਚ ਵਿਆਹ ਕੇ ਘਰ ਲਿਆਉਂਦੇ ਹੋ, ਫਿਰ ਮਾਸ ਹੀ ਬੱਚਿਆਂ ਦੇ ਰੂਪ ਵਿੱਚ ਪੈਦਾ ਹੁੰਦਾ ਹੈ। ਸੋ ਇੱਕ ਬ੍ਰਹਮ ਗਿਆਨੀ ਜਾਂ ਆਤਮ ਮਾਰਗ ਦੇ ਸੱਚੇ ਪਾਂਧੀ ਲਈ ਮਾਸ ਤੇ ਸਾਗ ਵਿੱਚ ਕੋਈ ਭਰਮ ਭੇਦ ਨਹੀਂ ਹੁੰਦਾ, ਕਿਉਂਕਿ ਉਹ ਰਸਾਂ ਕਸਾਂ ਤੇ ਪਾਪ ਪੁੰਨ ਦੀ ਚਰਚਾ ਤੋਂ ਨਿਰਲੇਪ ਹੁੰਦੇ ਹਨ। ਪਰ ਅਧਿਆਤਮਕ ਮਾਰਗ ਦੇ ਪਾਂਧੀ ਲਈ ਇਹ ਅਤ ਜ਼ਰੂਰੀ ਹੈ ਕਿ ਉਹ ਰਸਾਂ ਕਸਾਂ ਵਾਲੀਆਂ ਵਸਤੂਆਂ ਨੂੰ ਤਿਆਗੇ। ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਈ ਥਾਵਾਂ ਤੇ ਤੀਰਥਾਂ ਦੇ ਕਰਮ ਕਾਂਡਾਂ ਅਤੇ ਯੱਗਾਂ ਦਾ ਖੰਡਨ ਕੀਤਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਚੇਤਾਵਨੀ ਦੇ ਰਹੇ ਹਨ ਕਿ ਤੁਸੀਂ ਰਸਾਂ ਕਸਾਂ ਵਿੱਚ ਫਸ ਕੇ ਇਸ ਪਖੰਡ ਦੀ ਆੜ ਵਿੱਚ ਮਾਸ ਖਾਂਦੇ ਰਹੇ ਹੋ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਕਿਧਰੇ ਵੀ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ, ਸਗੋਂ ਅਧਿਆਤਮਕ ਮਾਰਗ ਦੇ ਪਾਂਧੀ ਲਈ ਰੁਕਾਵਟ ਪਾਉਣ ਵਾਲਾ ਰਸ ਕਸ ਦੱਸਿਆ ਤੇ ਪੰਡਤਾਂ ਦਾ ਹਉਮੈ ਹੰਕਾਰ ਅਤੇ ਪਖੰਡ ਦੂਰ ਕਰਕੇ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ। ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਨਾਨੂ ਪੰਡਤ ਤੇ ਉਸ ਦੇ ਸਾਰੇ ਸਾਥੀ ਆਪਣੀ ਹਉਮੈ ਹੰਕਾਰ ਨੂੰ ਤਿਆਗ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਤੇ ਪ੍ਰਭੂ ਮਾਰਗ ਤੇ ਚੱਲਣ ਦੀ ਬਖਸ਼ਿਸ਼ ਦੀ ਅਰਜ਼ੋਈ ਕੀਤੀ। ਬੜੀ ਹੀ ਨਿਮਰਤਾ ਨਾਲ ਸਭੀ ਪੰਡਤਾਂ ਨੇ ਗੁਰੂ ਜੀ ਦੀ ਸ਼ਰਨ ਵਿੱਚ ਪੱਕ ਰਹੇ ਪਕਵਾਨ ਨੂੰ ਛਕਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਅਕਾਲ ਪੁਰਖ ਦਾ ਅਜਿਹਾ ਕੌਤਕ ਵਰਤਿਆ ਕਿ ਵਰਤਾਉਣ ਵੇਲੇ ਸਾਰਿਆਂ ਨੂੰ ਉਹ ਖੀਰ ਦਾ ਪ੍ਰਸ਼ਾਦ ਦਿਖਿਆ। ਗੁਰੂ ਪਾਤਸ਼ਾਹ ਜੀ ਨੇ ਇਹ ਕੋਈ ਕਰਾਮਾਤ ਨਹੀਂ ਸੀ ਕੀਤੀ, ਇਹ ਤਾਂ ਅਕਾਲ ਪੁਰਖ ਨੇ ਪੰਡਤਾਂ ਦਾ ਭਰੋਸਾ ਬੰਨਣ ਲਈ ਦਰਸਾਇਆ ਕਿ ਜਿਸ ਤਰ੍ਹਾਂ ਮਾਸ ਤੇ ਖੀਰ ਵਿੱਚ ਕੋਈ ਅੰਤਰ ਨਹੀਂ ਦਿਸਿਆ, ਉਸੇ ਤਰ੍ਹਾਂ ਸਮਦ੍ਰਿਸ਼ਟੀ ਹੋਣ ਨਾਲ ਮਾਸ ਤੇ ਸਾਗ ਵਿੱਚ ਕੋਈ ਫਰਕ ਨਹੀਂ ਦਿਸਦਾ। ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।